बिस्मिल्लाहिर्रहमानिर्रहीम। अरशद लोधी कम ਦੀਆਂ ਗੱਲਾਂ ਨਾਲ ਹਾਜ਼ਰ ਖਿਦਮਤ ਹੈ। ਦੋਸਤੋ, ਅੱਜ ਮੈਂ ਤੁਹਾਨੂੰ ਹੱਜ ਦੇ ਹਵਾਲੇ ਨਾਲ ਲੇਟੈਸਟ ਜਿਹੜੀ ਰਿਪੋਰਟ ਆਈ ਹੈ ਉਹ ਦੇਣਾ ਚਾਹ ਰਿਹਾ ਸੀ। ਗਵਰਨਮੈਂਟ ਪਾਕਿਸਤਾਨ ਹੱਜ ਵਜ਼ਾਰਤ ਜਿਹੜੀ ਹੈ ਸਾਡੀ ਵਜ਼ਾਰਤ ਹੱਜ, ਉਹਨਾਂ ਨੇ ਆਲਮੋਸਟ ਜਿਹੜੇ ਹੋਟਲ ਵਗੈਰਾ ਸਾਊਦੀ ਅਰਬ ਦੇ ਵਿੱਚ ਹਾਜੀਆਂ ਦੀ ਰਿਹਾਇਸ਼ ਵਾਸਤੇ ਕਰਨੇ ਸਨ ਉਹ ਬੁੱਕ ਹੋ ਗਏ ਨੇ। ਖਾਣੇ ਦਾ ਜਿਹੜਾ ਅਰੇਂਜ ਕਰਨਾ ਸੀ ਉਹ ਵੀ ਆਲਮੋਸਟ ਉਹਨਾਂ ਕੰਪਨੀਆਂ ਨਾਲ ਡੀਲ ਮੁਕੰਮਲ ਹੋ ਗਈ ਹੈ। ਹੱਜ ਦੇ ਟਿਕਟ ਜਿਹੜੇ ਨੇ ਉਹਦੇ ਮੁਤਲਕ ਥੋੜ੍ਹੀ ਜਿਹੀ ਕਨਫਿਊਜ਼ਨ ਸੀ ਕਿ ਪਾਕਿਸਤਾਨ PIA ਜਿਹੜਾ ਹੈ ਉਹ ਕਿਰਾਇਆ ਜਿਹੜਾ ਹੈ ਉਹ ਜ਼ਿਆਦਾ ਮੰਗ ਰਿਹਾ ਸੀ। ਉਹਦੇ ਮੁਕਾਬਲੇ 'ਚ ਬਿਲੂ 에ਅਰਲਾਈਨ ਔਰ ਇੱਕ ਹੋਰ 에ਅਰਲਾਈਨ ਹੈ ਜਿਹੜੀ ਸਿਆਲਕੋਟ ਦੀ ਲੋਕਲ 에ਅਰਲਾਈਨ ਹੈ, ਉਹਨਾਂ ਨੇ PIA ਤੋਂ ਕਾਫੀ ਘੱਟ ਕਿਰਾਇਆ ਆਫਰ ਕੀਤਾ ਹੈ। ਤੇ ਗੌਰਮੈਂਟ ਪਾਕਿਸਤਾਨ ਨੇ ਸਾਊਦੀ 에ਅਰਲਾਈਨ ਔਰ ਬਿਲੂ ਵਰਲਡ ਨਾਲ ਡੀਲ ਜਿਹੜੀ ਹੈ ਉਹ ਮੁਕੰਮਲ ਕਰ ਲਈ ਹੈ। ਉਹਦੇ ਵਿੱਚ ਇਹ ਹੈ ਕਿ ਹੁਣ ਤਕਰੀਬਨ ਜਿਹੜੇ ਤੁਹਾਡੇ ਕੋਲ ਪੈਸੇ ਲੈ ਗਏ ਸਨ ਉਹ ਹੱਜ ਦਾ ਕਿਰਾਇਆ ਜਿਹੜਾ PIA ਨੇ ਦਿੱਤਾ ਸੀ ਉਹਦੇ ਮੁਤਾਬਕ ਸਨ, ਲੇਕਿਨ ਚੂੰਕਿ ਹੁਣ ਦੂਸਰੀਆਂ ਜਿਹੜੀਆਂ 에ਅਰਲਾਈਨ ਨੇ ਉਹਨਾਂ ਦੇ ਨਾਲ ਡੀਲ ਹੋ ਗਈ ਹੈ, ਸਸਤੀ ਹੋ ਗਈ ਹੈ, ਤੇ ਉਹ ਪੈਸੇ ਤੁਹਾਨੂੰ ਜਿਹੜੇ ਨੇ ਵਾਪਸ ਮਿਲਣਗੇ। ਉਹਦੇ ਮੁਤਾਬਕ ਜਿਹੜੀ ਹੈ ਵਜ਼ਾਰਤ ਹੱਜ ਉਹ ਸੋਚ ਰਹੀ ਹੈ ਕਿ ਪੈਸੇ ਜਿਹੜੇ ਨੇ ਉਹ ਹੱਜ ਤੋਂ ਪਹਿਲੇ ਵਾਪਸ ਕਰ ਦਿੱਤੇ ਜਾਣ ਜਾਂ ਹੱਜ ਤੋਂ ਬਾਅਦ ਵਾਪਸ ਕਰਤੇ ਜਾਣ। ਉਹ ਇਨਸ਼ਾਅੱਲਾ ਤਾਲਾ ਅਨਕਰੀਬ ਤੁਹਾਨੂੰ ਖੁਸ਼ਖਬਰੀ ਸੁਣਾ ਦਿਆਂਗੇ ਕਿ ਉਮੀਦ ਕੀਤੀ ਜਾਂਦੀ ਹੈ ਕਿ ਹੱਜ ਤੋਂ ਜਾਣ ਤੋਂ ਪਹਿਲੇ ਤੁਹਾਨੂੰ ਜਿਹੜੇ ਪੈਸੇ ਨੇ, ਜਿਹੜੇ ਬਚੇ ਨੇ ਤੁਹਾਡੇ ਪੈਸੇ, ਉਹ ਤੁਹਾਨੂੰ ਵਾਪਸ ਕਰ ਦਿੱਤੇ ਜਾਣ। ਦੂਸਰੀ ਜਿਹੜੀ ਹੈ ਬੜੀ ਮਤਲਬ ਖੁਸ਼ਖਬਰੀ ਮੈਂ ਕਹਾਂਗਾ ਇਸ ਚੀਜ਼ ਨੂੰ, ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੀਆਂ ਦਰਖਾਸਤਾਂ ਮਨਜ਼ੂਰ ਨਹੀਂ ਹੋਈਆਂ, ਜਿਨ੍ਹਾਂ ਦੇ ਨਾਂ ਕੁਰਾਨਦਾਜ਼ੀ ਦੇ ਵਿੱਚ ਨਹੀਂ ਆਏ। ਜ਼ਾਹਿਰ ਹੈ ਜਦੋਂ ਬੰਦਾ ਹੱਜ ਵਾਸਤੇ ਇੱਕ ਜ਼ੇਨ ਬਣਾ ਲੈਂਦਾ ਹੈ, ਪੈਸੇ ਜਮ੍ਹਾਂ ਕਰਵਾ ਦਿੰਦਾ ਹੈ, ਤੇ ਉਹਨੂੰ ਇੱਕ ਆਸ ਉਮੀਦ ਲੱਗ ਜਾਂਦੀ ਹੈ, ਭੈਣ ਭਰਾਵਾਂ 'ਚ ਰਿਸ਼ਤੇਦਾਰਾਂ 'ਚ ਪਤਾ ਚੱਲ ਜਾਂਦਾ ਹੈ ਕਿ ਫਲਾਂ ਬੰਦੇ ਨੇ ਹੱਜ ਵਾਸਤੇ ਆਪਣੀ ਦਰਖਾਸਤ ਦੇ ਦਿੱਤੀ ਹੈ, ਪੈਸੇ ਜਮ੍ਹਾਂ ਕਰਵਾ ਦਿੱਤੇ ਨੇ, ਤੇ ਲੋਕ ਉਹਨੂੰ ਹਾਜੀ ਸਾਹਿਬ ਕਹਿਣਾ ਸ਼ੁਰੂ ਕਰ ਦਿੰਦੇ ਨੇ। ਤੇ ਫਿਰ ਅਗਰ ਉਹ ਦਰਖਾਸਤ ਤੁਹਾਡੀ ਮਨਜ਼ੂਰ ਨਾ ਹੋਵੇ, ਤੁਹਾਡਾ ਨਾਂ ਕੁਰਾਨਦਾਜ਼ੀ 'ਚ ਨਾ ਆਵੇ, ਤੇ ਫਿਰ ਬੜੀ ਮਾਯੂਸੀ, ਬੜੀ ਪਰੇਸ਼ਾਨੀ ਹੁੰਦੀ ਹੈ। ਕਿਉਂਕਿ ਇਹ ਜਿਹੜੀ ਗੱਲ ਹੈ ਮੇਰੇ ਨਾਲ ਬੀਤ ਚੁੱਕੀ ਹੈ। ਮੈਂ 2016 'ਚ 2017 'ਚ 2 ਦਫਾ ਪੈਸੇ ਜਮ੍ਹਾਂ ਕਰਵਾਏ, ਲੇਕਿਨ ਮੈਂ ਕੁਰਾਨਦਾਜ਼ੀ 'ਚ ਕਾਮਯਾਬ ਨਾ ਹੋ ਪਾਇਆ। ਤੇ ਜਿਹੜੀ ਮਾਯੂਸੀ ਹੁੰਦੀ ਹੈ ਉਹਦਾ ਅਹਿਸਾਸ ਉਹਨੂੰ ਹੀ ਹੁੰਦਾ ਜਿਹਦੇ ਨਾਲ ਉਹ ਬੀਤੀ ਹੋਵੇ। ਦੋਸਤੋ, ਉਹ ਜਿਸ ਤਰ੍ਹਾਂ ਇੱਕ ਦੋਸਤ ਸਨ ਨਾ, ਤੇ ਉਹਨਾਂ ਦਾ ਇੱਕ ਦੋਸਤ ਜਿਹੜਾ ਉਹਦੀ ਲੱਤ ਟੁੱਟ ਗਈ, ਉਹਦਾ ਪਤਾ ਕਰਨ ਵਾਸਤੇ ਗਿਆ, ਤੇ ਉਹਨੇ ਪੁੱਛਿਆ ਯਾਰ ਕਿੰਨੀ ਕੁ ਦਰਦ ਹੋ ਰਹੀ? ਤੇ ਉਹਨੇ ਕਿਹਾ ਯਾਰ ਦਰਦ ਤੇ ਬਹੁਤ ਜ਼ਿਆਦਾ ਹੁੰਦੀ ਪਈ। ਉਹਨੇ ਕਿਹਾ ਯਾਰ ਫਿਰ ਵੀ ਕਿੰਨੀ ਕੁ ਹੋ ਰਹੀ? ਉਹਨੇ ਕਿਹਾ ਯਾਰ ਦੱਸਿਆ ਨਾ ਬੜੀ ਦਰਦ ਹੋ ਰਹੀ ਹੈ। ਉਹ 5-7 ਵਾਰੀ ਉਹਨੇ ਪੁੱਛਿਆ ਕਿ ਯਾਰ ਦੱਸ ਤੇ ਸਹੀ ਨਾ ਕਿੰਨੀ ਹੋ ਰਹੀ ਹੈ। ਤੇ ਉਹਨੇ ਕਿਹਾ ਯਾਰ ਤੇਰੀ ਕਦੀ ਟੁੱਟੀ ਹੈ? ਉਹਨੇ ਕਿਹਾ ਨਹੀਂ। ਉਹਨੇ ਕਿਹਾ ਫਿਰ ਤੈਨੂੰ ਇਸ ਦਰਦ ਦਾ ਕੀ ਅਹਿਸਾਸ ਹੋਏਗਾ? ਤੇ ਦੋਸਤੋ, ਇਸ ਤਕਲੀਫ ਦਾ ਅਹਿਸਾਸ ਉਹਨੂੰ ਹੀ ਹੋ ਸਕਦਾ ਜਿਹਦੀ ਦਰਖਾਸਤ ਪਹਿਲੇ ਰਿਜੈਕਟ ਹੋਈ ਹੋਏ, ਤੇ ਉਹਨੂੰ ਪਤਾ ਹੁੰਦਾ ਕਿ ਯਾਰ ਬੰਦਾ ਕਿੰਨਾ ਮਾਯੂਸ ਹੁੰਦਾ ਕਿ ਯਾਰ ਅੱਲਾਹ ਪਾਕ ਨੇ ਮੇਰੀ ਦਰਖਾਸਤ ਕਿਉਂ ਕਬੂਲ ਨਹੀਂ ਕੀਤੀ। ਖੈਰ, ਉਹਨਾਂ ਦੋਸਤਾਂ ਵਾਸਤੇ ਇਹ ਖੁਸ਼ਖਬਰੀ ਹੈ ਕਿ ਗੌਰਮੈਂਟ ਪਾਕਿਸਤਾਨ ਨੇ ਸਿਰ ਜੋੜ ਲਿਆ ਵਜ਼ਾਰਤ ਹੱਜ ਨਾਲ, ਵਜ਼ੀਰ ਆਜ਼ਮ, ਸਦਰ ਸਾਹਿਬ ਸਾਰੇ, ਕਿ ਉਹ ਲੋਕ ਜਿਹੜੇ 5600 ਤਕਰੀਬਨ ਆਲਮੋਸਟ ਲੋਕ ਨੇ ਜਿਨ੍ਹਾਂ ਦੀਆਂ ਦਰਖਾਸਤਾਂ ਜਿਹੜੇ ਕੁਰਾਨਦਾਜ਼ੀ 'ਚ ਜਿਨ੍ਹਾਂ ਦੇ ਨਾਂ ਨਹੀਂ ਆਏ, ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਪੋਂਸਰਸ਼ਿਪ ਸਕੀਮ ਦੇ ਤਹਿਤ ਜਿਹੜਾ 25,000 ਦਾ ਕੋਟਾ ਗੌਰਮੈਂਟ ਨੇ ਮਨਜ਼ੂਰ ਕੀਤਾ ਸੀ, ਜਿਹਦੇ 'ਚੋਂ ਮੇਰਾ ਖਿਆਲ ਜ਼ਿਆਦਾ ਤੋਂ ਜ਼ਿਆਦਾ 5-4 ਹਜ਼ਾਰ ਜਿਹੜਾ ਨਾ ਉਹ ਬੰਦੇ ਸਪੋਂਸਰਸ਼ਿਪ ਸਕੀਮ ਦੇ ਤਹਿਤ ਜਿਨ੍ਹਾਂ ਨੇ ਆਪਣੀਆਂ ਦਰਖਾਸਤਾਂ ਦਿੱਤੀਆਂ, ਤੇ ਉਹ ਬਾਕੀ ਜਿਹੜੇ 20,000 ਦਰਖਾਸਤ ਜਿਹੜੀ ਬਚੀ ਪਈ ਹੈ, ਜਿਹੜਾ ਕੋਟਾ ਗੌਰਮੈਂਟ ਕੋਲ ਹੈ, ਉਹਨੂੰ ਇੱਧਰ ਕਨਵਰਟ ਕੀਤਾ ਜਾਏ, ਉਹਨਾਂ ਲੋਕਾਂ ਨੂੰ ਉਹਦੇ 'ਚ ਸ਼ਾਮਲ ਕੀਤਾ ਜਾਏ ਤਾਂ ਕਿ ਇਹ ਲੋਕ ਜਿਹੜੇ ਨੇ ਇਹ ਵੀ ਹੱਜ 'ਤੇ ਜਾ ਸਕਣ। ਤੇ ਇਨਸ਼ਾ ਅੱਲਾਹ ਤਾਲਾ ਬਹੁਤ ਜਿਹੜੀ ਇਹਦੇ ਉੱਤੇ ਭਰਪੂਰ ਕਿਸਮ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਲੋਕ ਵੀ ਹੱਜ 'ਤੇ ਜਾਣਗੇ। ਮੈਂ ਤੁਹਾਨੂੰ ਆਪਣੇ ਤੌਰ 'ਤੇ ਐਡਵਾਂਸ ਮੁਬਾਰਕਬਾਦ ਦੇ ਦਿੰਦਾ ਕਿ ਤੁਸੀਂ ਵੀ ਹੱਜ 'ਤੇ ਜਾ ਰਹੇ ਹੋ, ਕਿਉਂਕਿ ਇਨਸ਼ਾ ਅੱਲਾਹ ਗੌਰਮੈਂਟ ਨੇ ਫੈਸਲਾ ਕਰ ਲਿਆ ਅੰਦਰ ਖਾਤੇ ਕਿ ਉਹ ਲੋਕ ਜਿਹੜੇ ਨੇ ਜਿਨ੍ਹਾਂ ਦੀਆਂ ਦਰਖਾਸਤਾਂ ਮਨਜ਼ੂਰ ਨਹੀਂ ਹੋਈਆਂ, ਜਿਨ੍ਹਾਂ ਦਾ ਕੁਰਾਨਦਾਜ਼ੀ 'ਚ ਨਾਂ ਨਹੀਂ ਆਇਆ, ਉਹਨਾਂ ਨੂੰ ਇਨਸ਼ਾ ਅੱਲਾਹ ਤਾਲਾ ਵਜ਼ਾਰਤ ਹੱਜ ਮੌਕਾ ਦੇ ਰਹੀ ਹੈ ਕਿ ਉਹ ਵੀ ਇਨਸ਼ਾ ਅੱਲਾਹ ਤਾਲਾ ਹੱਜ 'ਤੇ ਜਾਣਗੇ। ਉਹ ਕੁਰਾਨਦਾਜ਼ੀ ਦੇ ਵਿੱਚ ਉਹਨਾਂ ਦਾ ਨਾਮ ਵੀ ਜਿਹੜਾ ਨਾ ਉਹ ਇਨਸ਼ਾ ਅੱਲਾਹ ਸ਼ਾਮਿਲ ਹੋ ਜਾਏਗਾ। ਤੇ ਬਾਕੀ ਜਿਹੜੇ ਮਾਲੂਮਾਤਾਂ ਨੇ ਉਹ ਇਹ ਹੀ ਹੈ ਕਿ ਇਨਸ਼ਾ ਅੱਲਾਹ ਤਾਲਾ ਅਨਕਰੀਬ ਤੁਹਾਨੂੰ ਤੁਹਾਡੇ ਮਤਲਬ ਵੈਬਸਾਈਟ 'ਤੇ
ਜਿਹੜੀਆਂ ਵਜ਼ਾਰਤ ਹਜ ਦੀ ਵੈਬਸਾਈਟ ਹੈ ਉਹਦੇ ਵਿੱਚ ਤੁਹਾਡਾ ਇੱਕ ਸ਼ਡਿਊਲ ਜਿਹੜਾ ਹੈ ਉਹ ਮੁਰਤਬ ਕਰਕੇ ਉਹ ਲੋਡ ਕਰ ਦੇਣਗੇ। ਤੇ ਉਹਦੇ ਵਿੱਚ ਇਹ ਹੈ ਕਿ ਤੁਸੀਂ ਵਜ਼ਾਰਤ ਹਜ ਦੀ ਵੈਬਸਾਈਟ ਤੇ ਜਾਓਗੇ, ਉਹਨੂੰ ਓਪਨ ਕਰੋਗੇ, ਉੱਥੇ ਆਪਣਾ ਸ਼ਨਾਖਤੀ ਕਾਰਡ ਨੰਬਰ ਜਿਹੜਾ ਹੈ ਉਹ ਐਂਟਰ ਕਰੋਗੇ, ਤੁਹਾਡਾ ਪੂਰਾ ਡਾਟਾ ਜਿਹੜਾ ਉਹ ਖੁੱਲ੍ਹ ਜਾਏਗਾ। ਤੁਹਾਡੀ ਦਰਖਾਸਤ ਨੰਬਰ ਆ ਜਾਏਗੀ, ਤੁਹਾਡਾ ਨਾਂ ਆ ਜਾਏਗਾ, ਤੁਹਾਡਾ ਗਰੁੱਪ ਦਾ ਨੁਮਾਇੰਦਾ ਆ ਜਾਏਗਾ, ਕਿਹਦੇ ਨਾਲ ਤੁਹਾਡਾ ਗਰੁੱਪ ਬਣਿਆ ਤੇ ਤੁਸੀਂ ਕਿਸ ਦਿਨ ਜਾ ਰਹੇ ਹੋ, ਤੁਹਾਡੇ ਟਿਕਟ ਕਨਫਰਮ, ਔਰ ਤੁਸੀਂ ਕਿਸ ਦਿਨ ਕਿਹੜੇ 에ਅਰਪੋਰਟ ਤੋਂ ਕਿੰਨੇ ਵਜੇ ਤੁਹਾਡੀ ਫਲਾਈਟ ਜਿਹੜੀ ਹੈ ਨਾ ਉਹ ਸਾਊਦੀ ਅਰਬ ਨੂੰ ਰਵਾਨਾ ਹੋਏਗੀ, ਤੁਹਾਡੀ ਫਲਾਈਟ ਡਾਇਰੈਕਟ ਮਦੀਨਾ ਜਾਏਗੀ ਜਾਂ ਡਾਇਰੈਕਟ ਮੱਕਾ ਜਾਏਗੀ, ਉਹ ਸਾਰਾ ਕੁਝ ਮਾਮਲਾਤ ਤੇ ਕਿਸ 에ਅਰਲਾਈਨ ਦੇ ਥਰੂ ਤੁਸੀਂ ਜਾ ਰਹੇ ਹੋ ਉਹ ਵੀ ਸਾਰਾ ਡਾਟਾ ਜਿਹੜਾ ਨਾ ਉਹਦੇ ਵਿੱਚ ਆ ਜਾਏਗਾ। ਉਹਦੇ ਵਾਸਤੇ ਤੁਹਾਨੂੰ ਮਜ਼ੀਦ ਕੋਈ ਇੱਕ ਹਫ਼ਤਾ ਜਿਹੜਾ ਨਾ ਇੰਤਜ਼ਾਰ ਕਰਨਾ ਪਏਗਾ ਤੇ ਫਿਰ ਓਪਨ ਕਰ ਦੇਣਗੇ, ਉਹ ਸਾਰਾ ਡਾਟਾ ਲਾ ਕੇ ਤੁਹਾਨੂੰ ਕਰ ਦੇਣਗੇ ਕਿ ਜੀ ਤੁਸੀਂ ਚੈੱਕ ਕਰ ਲਓ ਕਿ ਤੁਹਾਡਾ ਕਿਹਦੇ ਪਾਸੇ ਹੈ। ਔਰ ਉਮੀਦ ਕੀਤੀ ਜਾਂਦੀ ਹੈ ਕਿ ਜਿਸ ਵੇਲੇ ਉਹ ਆਪਣੇ ਵੈਬਸਾਈਟ ਤੇ ਉਹਨੂੰ ਲੋਡ ਕਰਨਗੇ ਉਸ ਤੋਂ ਬਾਅਦ ਤੁਹਾਨੂੰ ਮੈਸੇਜ ਵੀ ਆ ਜਾਏਗਾ। ਜਿਹੜੇ ਕਾਮਯਾਬ ਹਾਜੀ ਨੇ ਉਹਨਾਂ ਨੂੰ ਉਹ ਇੱਕ ਮੈਸੇਜ ਆ ਜਾਏਗਾ, ਉਹਨਾਂ ਦੇ ਨੰਬਰ ਤੇ ਜਿਹੜਾ ਨੰਬਰ ਉਹਨਾਂ ਨੇ ਫਾਰਮ ਫਿਲ ਕਰਨ ਲੱਗਿਆ ਆਪਣਾ ਲਿਖਵਾਇਆ ਉਹਦੇ ਉੱਤੇ ਤੁਹਾਨੂੰ ਮੈਸੇਜ ਆ ਜਾਏਗਾ ਕਿ ਤੁਹਾਡੀ ਜਿਹੜੀ ਰਵਾਨਗੀ ਹੈ ਸਾਊਦੀ ਅਰਬ ਉਹ ਫਲਾਂ ਦਿਨ ਹੈ, ਫਲਾਂ ਟਾਈਮ ਹੈ, ਫਲਾਂ ਪ੍ਰਵਾਜ਼ ਦੇ ਥਰੂ ਤੁਸੀਂ ਜਾ ਰਹੇ ਹੋ। ਦੂਸਰਾ ਜਿਹੜਾ ਇੱਕ ਪੈਕੇਜ ਤੁਹਾਨੂੰ ਦਿੱਤਾ ਜਾ ਰਿਹਾ ਸੀ ਉਹ ਵੀ ਫਾਈਨਲ ਹੋ ਗਿਆ। ਉਹ ਤਕਰੀਬਨ ਆਲਮੋਸਟ 45 ਦਿਨ ਦਾ ਪੈਕੇਜ ਹੈ, ਜਿਹੜਾ ਉਸ ਮੋਬਾਈਲ ਨੰਬਰ ਤੇ ਜਿਹੜੇ ਤੁਸੀਂ ਆਪਣੇ ਨੰਬਰ ਲਿਖੇ ਨੇ ਉਸ ਸਿਮ ਦੇ ਉੱਤੇ ਉਹ ਐਕਟਿਵ ਕਰ ਦਿੱਤਾ ਜਾਏਗਾ। ਜਿਸ ਦਿਨ ਤੁਸੀਂ ਹਜ ਦੇ ਉੱਥੇ ਪਹੁੰਚ ਜਾਓਗੇ ਉਹ 45 ਦਿਨ ਵਾਸਤੇ ਤੁਹਾਡੀ ਜਿਹੜੀ ਹੈ ਉਹ ਪੈਕੇਜ ਤੁਹਾਡਾ ਜਿਹੜਾ ਉਹ ਆਨ ਹੋ ਜਾਏਗਾ ਤੇ ਤੁਸੀਂ ਸਾਊਦੀ ਅਰਬ 'ਚ ਬਹਿ ਕੇ ਪਾਕਿਸਤਾਨ 'ਚ ਆਪਣੇ ਅਜ਼ੀਜ਼ੋ ਕਾਰਬ ਨਾਲ ਜਾਂ ਉੱਥੇ ਜਿਹੜੇ ਦੋਸਤ ਅਹਿਬਾਬ ਨੇ ਤੁਹਾਡੇ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕੋਗੇ WhatsApp ਤੇ ਈਮੋ ਵਗੈਰਾ ਤੇ। ਮਤਲਬ ਉਹ ਪੂਰਾ ਪੈਕੇਜ ਹੋਏਗਾ, ਅਨਲਿਮਿਟਿਡ ਹੋਏਗਾ, ਜਿਹਦੇ 'ਚ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ। ਤੁਸੀਂ 24 ਘੰਟੇ ਇਸਤੇਮਾਲ ਕਰਨਾ ਚਾਹੋ ਤੇ ਕਰ ਸਕਦੇ ਹੋ। ਖੈਰ ਉੱਥੇ ਤੇ ਇਬਾਦਤ ਕਰਨ ਵਾਸਤੇ ਜਾਣਾ ਹੈ, ਉੱਥੇ ਕੋਈ ਪੈਕੇਜ ਇਸਤੇਮਾਲ ਕਰਨ ਤੇ ਨਹੀਂ ਜਾਣਾ, ਲੇਕਿਨ ਫਿਰ ਵੀ ਜਿੰਨੀ ਕੁ ਸਾਨੂੰ ਜ਼ਰੂਰਤ ਹੈ ਆਪਣੇ ਘਰਦਿਆਂ ਨਾਲ ਰਾਬਤਾ ਰੱਖਣ ਵਾਸਤੇ, ਆਪਣੇ ਦੋਸਤਾਂ ਨਾਲ ਜਾਂ ਆਪਣੇ ਜੇ ਹਜ ਦੇ ਜਿਹੜੇ ਬੰਦੇ ਨਾਲ ਗਏ ਹੁੰਦੇ ਨੇ, ਕੋਈ ਅੱਗੇ ਪਿੱਛੇ ਹੋ ਜਾਏ ਤੇ ਉਹਨੂੰ ਪੁੱਛਣ ਵਾਸਤੇ ਗਿੱਛਣ ਵਾਸਤੇ ਮਾਮਲਾਤ ਕਰਨੇ ਹੀ ਪੈਣੇ ਨੇ, ਟੈਲੀਫੋਨ ਕਰਨਾ ਪੈਂਦਾ। ਤੇ ਬਾਕੀ ਦੋਸਤੋ ਇਨਸ਼ਾ ਅੱਲਾਹ ਤਾਲਾ ਵਜ਼ਾਰਤ ਹਜ ਨੇ ਜਿਹੜੀ ਔਰਤਾਂ ਹਜ ਵਾਸਤੇ ਜਾ ਰਹੀਆਂ ਨੇ ਉਹਨਾਂ ਵਾਸਤੇ ਅਬਾਇਆ ਆਪਣੇ ਕੋਲੋਂ ਦੇ ਰਹੇ ਨੇ ਤੇ ਜਿਹੜੇ ਹਾਜੀ ਸਾਹਿਬ ਜਾ ਰਹੇ ਨੇ ਉਹਨਾਂ ਨੂੰ ਅਟੈਚੀ ਕੇਸ ਜਿਹੜੇ ਨੇ ਉਹ ਆਪਣੇ ਕੋਲੋਂ ਦੇ ਰਹੇ ਨੇ। ਇਨਸ਼ਾ ਅੱਲਾਹ ਤਾਲਾ ਮਜ਼ੀਦ ਕੋਈ ਇੱਕ ਦੋ ਚੀਜ਼ ਹੋਰ ਵੀ ਸ਼ਾਮਿਲ ਵਿੱਚ ਹੋਏਗੀ, ਜਿਹਦੇ ਵਿੱਚ ਬੈਲਟ ਵਗੈਰਾ ਹੋਏਗੀ, ਹੋਰ ਛੋਟੀ ਮੋਟੀ ਚੀਜ਼ਾਂ ਉਹ ਤੁਹਾਨੂੰ ਇਨਸ਼ਾ ਅੱਲਾਹ ਤਾਲਾ ਜਿਸ ਵੇਲੇ ਤੁਹਾਡਾ ਪੈਕੇਜ ਮੁਕੰਮਲ ਹੋਏਗਾ, ਤੁਸੀਂ ਪਾਸਪੋਰਟ ਜਮ੍ਹਾਂ ਕਰਾਓਗੇ, ਫਿਰ ਉਹ ਤੁਹਾਨੂੰ ਉਹ ਚੀਜ਼ਾਂ ਜਿਹੜੀਆਂ ਨੇ ਉਹ ਵਾਪਸ ਕਰ ਦਿੱਤੀਆਂ ਜਾਣਗੀਆਂ। ਉਹਦੇ ਨਾਲ ਹੀ ਜਿਹੜੇ ਤੁਹਾਡੇ ਪੈਸੇ ਬਚੇ ਨੇ ਉਹ ਵੀ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ। ਤੇ ਇਨਸ਼ਾ ਅੱਲਾਹ ਤਾਲਾ ਦੁਆ ਕਰੋ ਅੱਲਾਹ ਤਾਲਾ ਸਾਰੇ ਹਾਜੀ ਜਿਹੜੇ ਜਾ ਰਹੇ ਨੇ ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੇ, ਉਹਨਾਂ ਨੂੰ ਸਿਹਤ ਤੋਂ ਤੰਦਰੁਸਤੀ ਰੱਖੇ, ਉਹਨਾਂ ਦੇ ਘਰ ਪੈਰ ਸਲਾਮਤ ਰਹਿਣ, ਕਿਉਂਕਿ ਉੱਥੇ ਜਾ ਕੇ ਬੜੀ ਮੁਸ਼ੱਕਤ ਕਰਨੀ ਪੈਂਦੀ ਹੈ, ਦੌੜ ਭੱਜ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ। ਤੇ ਅੱਲਾਹ ਤਾਲਾ ਸਲਾਮਤ ਰੱਖੇ, ਹਰ ਕਿਸੇ ਨੂੰ ਸਿਹਤ ਤੰਦਰੁਸਤੀ ਹੋਵੇ ਤੇ ਫਿਰ ਹੀ ਹਜ ਕਰਨ ਦਾ ਮਜ਼ਾ ਆਉਂਦਾ ਹੈ ਕਿ ਬੰਦਾ ਹਰ ਮਕਾਮ ਤੇ ਪਹੁੰਚਦਾ ਹੈ ਖੁਸ਼ੀ ਨਾਲ ਦੌੜ ਭੱਜ ਕਰਕੇ। ਅੱਲਾਹ ਤਾਲਾ तमाम ਮੁਸਲਮਾਨਾਂ ਨੂੰ ਹਜ ਦੀ ਸਾਦਤ ਨਸੀਬ ਫਰਮਾਏ। ਗੱਲ ਪਸੰਦ ਆਈ ਹੈ ਤੇ ਲਾਈਕ ਤੇ ਸ਼ੇਅਰ ਕਰ ਦਿਓ। ਜਿਹੜੇ ਦੋਸਤ ਚੈਨਲ 'ਚ ਨਵੇਂ ਨੇ ਸਬਸਕ੍ਰਾਈਬ ਕਰੋ, ਚੈਨਲ 'ਚ ਸ਼ਾਮਲ ਹੋ ਜਾਓ। ਬਸ਼ਰਤੇ ਜ਼ਿੰਦਗੀ ਕੱਲ ਫਿਰ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਖਿਦਮਤ ਹੋਵਾਂਗਾ। ਕੱਲ ਤੱਕ ਇਜਾਜ਼ਤ, ਅੱਲਾਹ ਹਾਫਿਜ਼।